ਗਾਣਿਆਂ ਤੇ ਪਰਫਾਰਮ ਕੀਤਾ ਸ਼ਾਦੀਆਂ ਮਮਦੂਰ ਦੇ ਗਾਣਿਆਂ ਤੇ ਹਾਂਜੀ ਬਹੁਤ ਪਰਫਾਰਮ ਕੀਤਾ ਹੈ। ਉਸ ਵਕਤ ਨਿਰਮਾ ਵੀ ਬਹੁਤ ਪਰਫਾਰਮ ਕਰਦੀ ਸੀ ਉਹਨਾਂ ਗਾਣੇ। ਨਹੀਂ ਸਟੇਜ ਨਹੀਂ ਕਰਨਾ, ਹਾਂ ਕੀ ਵਜ੍ਹਾ? ਸਾਡੀ ਫੈਮਿਲੀ ਅਲਾਉ ਨਹੀਂ ਕਰਦੀ। ਅੱਛਾ, ਬੜੀ ਮੁਸ਼ਕਿਲ ਨਾਲ ਮੈਨੂੰ ਇਜਾਜ਼ਤ ਮਿਲੀ ਸੀ। ਇਹ ਬਿਲਕੁਲ ਮੱਖਣ ਮਾਰ ਕੇ ਸੱਚ ਬੋਲਣ ਦਾ ਇਰਾਦਾ ਹੈ, ਸੱਚ ਹੀ ਬੋਲਣਾ ਚਾਹੀਦਾ ਹੈ। ਅੱਛਾ, ਸੱਚ ਕੜਵਾ ਹੋ OST ਉੱਥੇ ਗਾਇਆ ਹੈ, ਉਹ ਕਿਹੜੇ ਡਰਾਮੇ ਦਾ ਸੀ? ਸਰੇ ਬਾਜ਼ਾਰ ਦਾ। ਤੇ ਥੋੜਾ ਜਿਹਾ ਸੁਣਾਓਗੇ? ਜੀ ਬਿਲकुल। ਹਾਂਜੀ। ਸਰੇ ਬਾਤਾ ਜੀ ਦਾ ਗਾਣਾ ਲੱਤਾ ਜੀ ਕੋ ਗਵਾਇਆ ਟੋਨ ਦੇ ਹਿਸਾਬ ਨਾਲ ਸਾਡੇ ਰਿਕਾਰਡ ਕਰ ਰਿਹਾ। ਮੈਨੂੰ ਪਤਾ ਲੱਗਿਆ ਕਿ ਕੋਈ 4 ਉਰਦੂ ਗਾਣੇ, ਕੋਈ 4 ਪੰਜਾਬੀ। ਹੁਣ ਜਿਸਲੇ ਸਿੰਗਿੰਗ ਕਰ ਰਹੇ ਹੋ ਤੇ ਸਮਝਦੇ ਹੋ ਕਿ ਲੋਕ ਜੈਲਸ ਹੁੰਦੇ ਨੇ ਤੁਹਾਡੇ ਕੋਲ? ਉਹਦੀ ਵਜ੍ਹਾ ਜੀ अस्सलाम वालेकुम सज्जनों, बेली मित्रों, मैं तुहाडा होस्ट, तुहाडा दोस्त, तुहाडा बेली मित्र, तुहाडा वीर अंजुम शहजाद तुहाडे नाल ते मैं लैके आया तुहाडे वास्ते तुहाडा मनपसंद प्रोग्राम यारां नाल बहारां। जी बिल्कुल, यारां नाल बहारां ਉਹੀ मनपसंद प्रोग्राम ਜਿਹੜਾ ਤੁਸੀਂ ਮਾਰਗਲਾ ਨਿਊਜ਼ ਤੇ ਹੁਣ ਵੇਖਿਆ ਕਰੋਗੇ। ਤੇ ਇਹਦੇ ਵਿੱਚ ਸਾਡੇ ਨਾਲ ਮੁਲਕ ਦੇ ਨਾਮਵਰ ਫਨਕਾਰ ਸ਼ਾਮਿਲ ਹੋਇਆ ਕਰਨਗੇ। ਤੇ ਅੱਜ ਵੀ ਸਾਡੇ ਨਾਲ ਮੁਲਕ ਦੀ ਇੱਕ ਇਹੋ ਜਿਹੀ ਫਨਕਾਰਾ ਸ਼ਾਮਿਲ ਨੇ ਜਿਹੜੀਆਂ ਕਿ ਆਈਆਂ ਇਸ ਫੀਲਡ ਦੇ ਵਿੱਚ ਤੇ ਉਹਨਾਂ ਨੇ ਅਦਾਕਾਰੀ ਤੋਂ ਆਪਣੇ ਕੰਮ ਦਾ ਆਗਾਜ਼ ਕੀਤਾ, ਲੇਕਿਨ ਸ਼ੌਕ ਉਹਨਾਂ ਨੂੰ ਗੁਲਕਾਰੀ ਦਾ ਸੀ। ਉਸ ਦੌਰਾਨ ਅਦਾਕਾਰੀ ਵੀ ਕੀਤੀ, ਫਿਰ ਪਰਫਾਰਮੈਂਸ ਵੀ ਕੀਤੀ ਤੇ ਫਿਰ ਕੁਝ ਅਰਸਾ ਸ਼ੋਬਿਜ਼ ਤੋਂ ਆਊਟ ਹੋ ਗਈਆਂ। ਲੇਕਿਨ ਕੁਝ ਅਰਸਾ ਸ਼ੋਬਿਜ਼ ਤੋਂ ਆਊਟ ਰਹਿਣ ਤੋਂ ਬਾਅਦ ਜਦੋਂ ਦੁਬਾਰਾ ਇਸ ਫੀਲਡ ਵਿੱਚ ਆਈਆਂ ਤੇ ਬਤੌਰ ਗੁਲਕਾਰਾ ਉਹਨਾਂ ਨੇ ਆਪਣੀ ਪਹਿਚਾਣ ਵੀ ਬਣਾਈ। ਯਾਨੀ ਹੁਣ ਤੱਕ ਜਿੰਨਾ ਉਹਨਾਂ ਨੇ ਕੰਮ ਕੀਤਾ ਉਹ ਤੁਸੀਂ ਮੁxtਲਿਫ ਚੈਨਲਾਂ ਤੇ ਵੇਖਦੇ ਹੋਵੋਗੇ। ਜੀ ਬਿਲਕੁਲ, ਸਾਡੇ ਨਾਲ ਇਸ ਵੇਲੇ ਮੌਜੂਦ ਨੇ ਅਲੀਸ਼ਾ ਜਾਫਰੀ। ਅਲੀਸ਼ਾ ਜਾਫਰੀ, ਤੁਹਾਨੂੰ ਇਸ ਪ੍ਰੋਗਰਾਮ 'ਚ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਕਹਿੰਦੇ। ਜੀ ਸ਼ੁਕਰੀਆ ਬਹੁਤ ਬਹੁਤ। ਸਭ ਦੋਸਤਾਂ ਨੂੰ ਮੇਰੇ ਵੱਲੋਂ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ ਉਹਨਾਂ ਵੱਲੋਂ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਤੁਹਾਨੂੰ ਸ਼ੌਕ ਗੁਲਕਾਰੀ ਦਾ ਸੀ ਤੇ ਫਿਰ ਤੁਸੀਂ ਅਦਾਕਾਰੀ ਵਾਲੇ ਪਾਸੇ ਕਿਸ ਤਰ੍ਹਾਂ ਆ ਗਏ? ਦੇਖੋ ਜੀ, ਇਹ ਜਰਾਸੀਮ ਦੀ ਗੱਲ ਹੁੰਦੀ ਹੈ ਔਰ ਜਰਾਸੀਮ ਇਹ ਕੁਦਰਤ ਵੱਲੋਂ ਹੁੰਦੇ ਨੇ। ਔਰ ਜਦੋਂ ਮੈਂ ਸ਼ੋਬਿਜ਼ ਜੁਆਇਨ ਕੀਤਾ ਸੀ ਉਦੋਂ ਤੇ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਤੁਹਾਡਾ ਰਸਤਾ ਜਿਹੜਾ ਹੈ ਕਿਸ ਵੇ ਵੱਲ ਜਾ ਰਿਹਾ। ਅੱਛਾ, ਠੀਕ ਹੈ। ਮੈਂ ਜਦੋਂ ਅਦਾਕਾਰੀ ਦੇ ਵਿੱਚ ਕਦਮ ਰੱਖਿਆ ਸੀ ਉਸ ਟਾਈਮ ਮੇਰਾ ਬਿਲਕੁਲ ਵੀ ਜ਼ਿਹਨ ਨਹੀਂ ਸੀ ਕਿ ਮੈਂ ਐਕਟਿੰਗ ਵੱਲ ਆਵਾਂਗੀ। ਮੈਂ ਤਾਂ ਕਿਹਾ ਸੀ ਮੈਂ ਡਾਕਟਰ ਬਣਾਂਗੀ, ਪਰ ਮੇਰੇ ਟੀਚਰ ਕਹਿੰਦੇ ਰਹੇ ਨਹੀਂ ਨਹੀਂ ਤੂੰ ਡਾਕਟਰ ਨਹੀਂ ਬਣੇਗੀ, ਤੂੰ ਐਕਟਰ ਬਣੇਗੀ। ਮੇਰੇ ਅੰਦਰ ਜਿਹੜੇ ਜਰਾਸੀਮ ਨੇ ਉਹ ਐਕਟਿੰਗ ਵਾਲੇ ਨੇ। ਤੇ ਸਕੂਲ ਦੇ ਵਿੱਚ ਮੈਂ ਡਾਂਸ ਮਾਧੁਰੀ ਮੈਨੂੰ ਬੜੀ ਪਸੰਦ ਸੀ। ਮੈਂ ਮੀਨਾ ਬਾਜ਼ਾਰ ਹੁੰਦਾ ਸੀ, 9-10 ਦੀ ਪਾਰਟੀ ਹੁੰਦੀ ਸੀ, 9ਵੀਂ-10ਵੀਂ ਦੇ ਪੇਪਰ ਦਿੱਤੇ, ਉਹਦੇ 'ਚ ਵੀ ਮੈਂ ਹਿੱਸਾ ਲੈਂਦੀ ਸੀ। ਮਾਧੁਰੀ ਦੇ ਗਾਣਿਆਂ ਤੇ ਬੀਨਾ ਕੁਮਾਰੀ ਦੇ ਗਾਣਿਆਂ ਤੇ ਡਰੈਸਿਸ ਪਹਿਨ ਕੇ ਵੈਸੇ ਹੀ ਕਲਾਸੀਕਲ ਅੰਦਾਜ਼ ਦੇ ਨਾਲ ਤੇ ਰੇਖਾ ਦੇ ਗਾਣਿਆਂ ਤੇ ਪਰਫਾਰਮ ਕਰਨਾ। ਤਾਂ ਉਹਨਾਂ ਨੇ ਕਹਿਣਾ ਆਪ ਬਹੁਤ ਅੱਛਾ ਗਾਤੀ हैं और बहुत अच्छा परफॉर्म भी करती हैं, तो यू शुड ट्राई शोबिज़। अच्छा। ਤੇ ਮੈਂ ਫਿਰ ਉਸ ਵਕਤ ਇੰਨਾ ਫੋਕਸ ਨਹੀਂ ਕੀਤਾ ਸੀ। ਫਿਰ ਇੱਕ ਅਕੈਡਮੀ 'ਚ ਜਿੱਥੇ ਮੈਂ ਪੜ੍ਹਦੀ ਸਾਂ ਉੱਥੇ ਉਹ ਇੱਕ ਮੇਰੀ ਸਹੇਲੀ ਬਣੀ ਸੀ, ਉਹ ਵੇਵਸ ਦੀ ਫੈਕਟਰੀ 'ਚ ਕੰਮ ਕਰਦੀ ਸੀ, ਇੱਕ ਕੰਪਨੀ ਦੀ ਨਾ, ਇਲੈਕਟ੍ਰੋਨਿਕ ਕੰਪਨੀ। ਉਹਨੇ ਮੈਨੂੰ ਕਿਹਾ ਤੂੰ ਜਾ ਕੇ ਉੱਥੇ ਆਡੀਸ਼ਨ ਦੇ ਤੇ ਤੈਨੂੰ ਅਗਰ ਕਮਰਸ਼ੀਅਲ ਮਿਲ ਜਾਵੇ ਤੇ ਤੂੰ ਨਿਕਲ ਜਾਏਂਗੀ। ਉਹਨਾਂ ਨੂੰ ਨया ਫੇਸ ਚਾਹੀਦਾ। ਮੈਂ ਸੁਬਾਹ ਆਪਣੀ ਅੰਮੀ ਨੂੰ ਕਿਹਾ ਮੈਂ ਬਾਪ ਕੋਲੋਂ ਗਾਲਾਂ ਖਾਣੀਆਂ। ਮੈਂ ਕਿਹਾ ਕੋਈ ਗੱਲ ਨਹੀਂ ਮਾਂ ਜੀ, ਚੱਲਦੇ ਆ। कॉन्फिडेंस ਸੀ ਨਾ। ਸਹੀ। ਉਹ ਚਲੀ ਗਈ ਉੱਥੇ ਜਾ ਕੇ ਆਡੀਸ਼ਨ ਦਿੱਤਾ। ਆਡੀਸ਼ਨ 'ਚ ਮੈਂ ਕਲਿੱਕ ਹੋ ਗਈ। ਉਹ ਮੈਂ ਪਹਿਲਾ ਕਮਰਸ਼ੀਅਲ ਮੇਰਾ ਵੇਵ ਦਾ ਸੀ ਔਰ ਮੇਰਾ ਮਾਸ਼ਾਅੱਲਾ ਤੋਂ ਪੂਰੇ ਪਾਕਿਸਤਾਨ 'ਚ ਉਹਦੇ ਹੋਰਡਿੰਗਸ ਲੱਗੇ। ਉਹ ਕਮਰਸ਼ੀਅਲ ਤੋਂ ਮੇਰਾ ਨਾ ਸਮਝ ਲਓ ਕਿ ਰਾਤੋਂ ਰਾਤ ਨਹੀਂ ਬੰਦਾ ਕਹਿੰਦਾ ਸਟਾਰ ਬਣਨਾ, ਕਿਉਂਕਿ ਵੱਡੀ ਕੰਪਨੀ ਸੀ। ਉਹਦਾ ਐਡ ਉਸ ਵਕਤ ਅਗਰ ਕੋਈ ਲੜਕੀ ਕਰਦੀ ਸੀ ਤਾਂ ਇੱਕ ਬਹੁਤ ਵੱਡੀ ਸਟਾਰ ਹੁੰਦੀ ਸੀ। ਤੇ ਉਹ ਸਮਝ ਲਓ ਕਿ ਉਹ ਐਡ ਨੇ ਮੈਨੂੰ ਰਾਤੋਂ ਰਾਤ ਜਿਹੜਾ ਹੈ ਉਹ ਪੀਕ ਤੇ ਪਹੁੰਚਾ ਦਿੱਤਾ। ਤੁਸੀਂ ਤਾਂ ਚਲੋ ਐਡ ਦੀ ਵਜ੍ਹਾ ਤੋਂ ਇਸ ਫੀਲਡ 'ਚ ਆਏ, ਯਾਨੀ ਹਿੱਟ ਹੋ ਗਏ ਸਟਾਰਟ ਦੇ ਵਿੱਚ। ਵਰਨਾ ਤੁਹਾਨੂੰ ਪਤਾ ਹੈ ਲੜਕੀਆਂ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਹੈ। ਮੈਂ ਉਹੀ ਤਾਂ ਤੁਹਾਨੂੰ ਪੁੱਛਣ ਲੱਗਾ ਕਿ ਇਹ ਤਾਂ ਬੜਾ ਸਟਰਗਲ ਵਾਲਾ ਕੰਮ ਹੈ। ਤੁਸੀਂ ਸਮਝਦੇ ਹੋ ਕਿ ਆਸਾਨੀ ਨਾਲ ਬੰਦੇ ਨੂੰ ਕੰਮ ਮਿਲ ਜਾਂਦਾ? ਨਹੀਂ, ਬਹੁਤ। ਤੁਹਾਨੂੰ ਪਤਾ ਹੈ ਇਹ ਅੰਦਰ ਦੇ ਮਾਮਲਾਤ ਹੁੰਦੇ ਨੇ ਔਰ ਬੜੇ ਸੰਗੀਨ ਮਾਮਲਾਤ ਵੀ ਹੁੰਦੇ ਨੇ ਜਿਹਦੇ ਵਿੱਚ ਲੜਕੀਆਂ ਨੂੰ ਬਹੁਤ ਜ਼ਿਆਦਾ ਅਪ ਡਾਊਨ ਦੇਖਣਾ ਪੈਂਦਾ ਹੈ ਔਰ ਬਹੁਤ ਸੇ ਲੋਕਾਂ ਨੂੰ, ਗਲਤ ਲੋਕਾਂ ਨੂੰ ਵੀ ਫੇਸ ਕਰਨਾ ਪੈਂਦਾ ਹੈ। ਅੱਛਾ। ਮਤਲਬ ਅੱਗੇ ਆਉਣ ਵਾਸਤੇ। ਨਹੀਂ, ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸ਼ੋਬਿਜ਼ ਦੇ ਬਾਰੇ ਬੜੀਆਂ ਅਜੀਬ ਜਿਹੀਆਂ ਗੱਲਾਂ, ਤੇ ਇੱਕ ਮੱਛਲੀ ਜਿਹੜੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ? ਜੀ ਬਿਲਕੁਲ। ਇੱਕ ਮੱਛਲੀ ਨਾ ਵੀ ਹੋਵੇ, 5 ਮੱਛਲੀਆਂ ਵੀ ਹੋਣ ਤਾਂ ਵੀ ਪੂਰੇ ਤਲਾਬ ਨੂੰ ਗੰਦਾ ਕਰਦੀਆਂ ਹੀ ਨੇ। ਅੱਛਾ। ਜ਼ਰੂਰੀ ਨਹੀਂ ਇੱਕ ਮੱਛਲੀ ਹੋਵੇ। ਇੱਕ ਮੱਛਲੀ ਹੋਵੇ ਨਾ ਤਾਂ ਬੰਦਾ ਹੈਂਡਲ ਵੀ ਕਰ ਲੈਂਦਾ। ਜਿੱਥੇ ਇਤਨੀਆਂ ਬੜੀਆਂ ਮੱਛਲੀਆਂ ਹੋਣ, ਬਲਕਿ ਇੱਥੇ ਮਗਰਮੱਛ ਵੀ ਹੈਗੇ। ਕੋਸ਼ਿਸ਼ ਹੈ ਕਿ ਮੇਰੀ ਕਿ ਮੈਂ ਅੱਗੋਂ ਵੀ ਹੁਣ ਕੰਮ ਕਰਾਚੀ ਤੋਂ ਹੀ ਕਰਾਂ, ਕਿਉਂਕਿ ਇੱਥੇ ਮੈਨੂੰ
ਫਿਲਮਾਂ ਦੇ ਵੀ ਕਾਫੀ ਆਫਰਸ ਨੇ, ਲੇਕਿਨ ਮੇਰਾ ਦਿਲ ਨਹੀਂ ਹੈ। ਲੇਕਿਨ ਜਿਹੜਾ ਤੁਸੀਂ ਕੁਝ ਅਰਸਾ ਕੰਮ ਕੀਤਾ ਮਾਸ਼ਾਅੱਲਾ, ਉਸ ਦੌਰਾਨ ਕਈ ਫਿਲਮਾਂ ਦੇ ਵਿੱਚ ਤੁਸੀਂ ਲੀਡ ਕਰੈਕਟਰ ਵੀ ਸਨ, ਵਿੱਚੋਂ ਸੈਕੰਡ ਹੀਰੋਇਨ ਦੇ ਕਰੈਕਟਰ ਵੀ ਸਨ, ਅੱਛੇ ਆਰਟਿਸਟਾਂ ਦੇ ਨਾਲ ਤੁਸੀਂ ਪਰਫਾਰਮ ਕੀਤਾ। ਫਿਰ ਤੁਸੀਂ ਇੱਕ ਪਰਫਾਰਮੈਂਸ ਦੇ ਹਵਾਲੇ ਨਾਲ, ਯਾਨੀ ਡਾਂਸ ਪਰਫਾਰਮੈਂਸ ਦੇ ਹਵਾਲੇ ਨਾਲ ਵੀ ਤੁਹਾਡਾ ਬੜਾ ਨਾਂ ਸੀ। ਫਿਰ ਕੁਝ ਅਰਸਾ ਤੁਸੀਂ ਫੀਲਡ 'ਚੋਂ ਆਊਟ ਹੋ ਗਏ, ਤੇ ਆਊਟ ਹੋਣ ਤੋਂ ਬਾਅਦ, ਹੁਣ ਮੈਂ ਆਊਟ ਹੋਣ ਦੀ ਵਜ੍ਹਾ ਤਾਂ ਨਹੀਂ ਪੁੱਛਦਾ, ਉਹਦਾ ਨਹੀਂ, ਉਹਦੀ ਵਜ੍ਹਾ ਬਿਲਕੁਲ ਪੁੱਛਣੀ ਚਾਹੀਦੀ ਹੈ। ਤੁਸੀਂ ਵੀ ਲਾਈਕ ਸਾਡੀ ਫੈਮਿਲੀ ਦੀ ਤਰ੍ਹਾਂ ਹੀ ਹੋ, ਜੋ ਲੋਕ ਦੇਖ ਰਹੇ ਨੇ ਉਹ ਵੀ ਆਪਣੀ ਫੈਮਿਲੀ ਤਰ੍ਹਾਂ, ਉਹਨੇ ਝੂਠ ਨਹੀਂ ਬੋਲਣਾ ਚਾਹੀਦਾ। ਲੋਕ ਬਹੁਤ ਝੂਠ ਬੋਲਦੇ ਨੇ, ਉਮਰ ਨੂੰ ਛੁਪਾਉਂਦੇ ਨੇ, ਸ਼ਾਦੀਆਂ ਨੂੰ ਛੁਪਾਉਂਦੇ ਨੇ ਬਹੁਤ। ਇਹ ਜ਼ਿੰਦਗੀ ਦੀ ਇੱਕ ਬੜੀ ਕੜਵੀ ਹਕੀਕਤ ਹੈ ਕਿ ਜਿਹੜੀ ਹਰ ਕਿਸੇ ਨਾਲ ਵੀ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸ਼ੋਬਿਜ਼ ਵਾਲਿਆਂ ਦੇ ਨਾਲ ਹੀ ਇਹ ਹੁੰਦਾ ਹੈ। ਹਰ ਘਰ 'ਚ ਬੇਟੀ ਹੈ, ਕਿਸੇ ਦੀ ਵੀ ਡਿਵੋਰਸ ਹੁੰਦੀ ਹੈ, ਉਹ ਨਸੀਬ ਜਿਹੜੇ ਨੇ ਉਹ ਤੁਸੀਂ ਤੇ ਨਹੀਂ ਲਿਖੇ ਹੋਏ, ਉਹ ਤਾਂ ਰੱਬ ਨੇ ਲਿਖੇ ਨੇ। ਅਗਰ ਕਿਸੇ ਦੀ ਬੇਟੀ ਨੂੰ ਡਿਵੋਰਸ ਹੁੰਦੀ ਹੈ ਜਾਂ ਕਿਸੇ ਦੀ ਬੇਟੀ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਜ਼ਰੂਰੀ ਨਹੀਂ ਹੈ ਕਿ ਉਹ ਸ਼ੋਬਿਜ਼ ਹੋਵੇ। ਪੂਰੀ ਦੁਨੀਆ ਤੇ ਤੁਸੀਂ ਨਿਊਜ਼ ਚੁੱਕ ਕੇ ਦੇਖ ਲਓ, ਹਰ ਜਗ੍ਹਾ ਤੇ ਕੋਈ ਨਾ ਕੋਈ ਸਰਕਮਸਟੈਂਸਿਸ, ਕੋਈ ਨਾ ਕੋਈ ਇਹ ਮਸਲੇ ਹੁੰਦੇ ਰਹਿੰਦੇ ਨੇ। ਇਹ ਜ਼ਿੰਦਗੀ ਦਾ ਹਿੱਸਾ ਹੈ, ਅਪ ਡਾਊਨ ਅਪ ਡਾਊਨ। ਤੁਸੀਂ ਸਿੱਖੋਗੇ ਕਿਸ ਤਰ੍ਹਾਂ? ਸਹੀ ਗੱਲ, ਜਦੋਂ ਤੁਹਾਡੇ ਨਾਲ ਕੋਈ ਅਪ ਡਾਊਨ ਨਹੀਂ ਹੋਏਗਾ। ਤੇ ਕਹਿਣ ਦਾ ਮਕਸਦ ਹੈ ਵੀ ਕਿ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਕਿ ਤੁਸੀਂ ਇੰਨਾ ਅਰਸਾ ਗਾਇਬ ਕਿੱਥੇ ਰਹੇ ਹੋ, ਅਸਲ ਦੇ ਵਿੱਚ ਜੋ ਇੱਕ ਆਰਟਿਸਟ ਨੂੰ ਪਲੇਟਫਾਰਮ ਚਾਹੀਦਾ ਹੁੰਦਾ ਹੈ ਨਾ, ਉਹ ਉਹਨੂੰ ਪ੍ਰੋਪਰ ਤਰੀਕੇ ਦਾ ਨਹੀਂ ਮਿਲਦਾ, ਫਿਰ ਉਹ ਆਰਟਿਸਟ ਟੁੱਟ ਜਾਂਦਾ ਹੈ। ਸਾਡੀ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਹੈ ਸੈਯਦ ਨੂਰ ਸਾਹਿਬ, ਆਪਾ ਸੰਗੀਤਾ, ਇਹਨਾਂ ਨੇ ਹੀ ਫਿਲਮਾਂ ਬਣਾਈਆਂ। ਨਏ ਫੇਸ ਨੂੰ ਇਹਨਾਂ ਨੇ ਅੱਗੇ ਨਹੀਂ ਆਉਣ ਦਿੱਤਾ। ਦੇਖੋ, ਮੈਂ ਉਹਨਾਂ ਦੀ ਬੁਰਾਈ ਨਹੀਂ ਕਰ ਰਹੀ, ਲੇਕਿਨ ਨਏ ਫੇਸਿਸ ਨੂੰ ਇਹਨਾਂ ਨੇ ਮੁਤਾਰਿਫ ਨਹੀਂ ਕਰਵਾਇਆ। ਸਾਡੇ ਸੁਣਨ 'ਚ ਇਹੀ ਆਉਂਦਾ ਹੁੰਦਾ ਸੀ ਅਕਸਰ ਜੀ, ਨਏ ਟੈਲੈਂਟ ਦੇ ਵਿੱਚ ਉਹ ਚੀਜ਼ਾਂ ਨਹੀਂ ਨੇ, ਉਹ ਟਾਈਮ ਨਹੀਂ ਦਿੰਦੇ। ਇਹ ਨਹੀਂ ਬਈ, ਨਏ ਟੈਲੈਂਟ ਨੂੰ ਤੁਸੀਂ ਪ੍ਰਮੋਟ ਕਿਸ ਦਿਨ ਕੀਤਾ ਹੈ ਕਿ ਜਿਹੜਾ ਨਏ ਟੈਲੈਂਟ ਜਿਹੜੇ ਸੈੱਟ ਤੇ ਨਹੀਂ ਆਏ ਤੇ ਉਹ ਰੋ ਰਹੇ ਨੇ ਜੀ। ਤੁਸੀਂ ਕਿਹਾ ਜੀ, ਤੁਸੀਂ ਮੈਨੂੰ ਕਹੋ ਜੀ 2 ਕਰੋੜ ਮੈਂ ਇਨਵੈਸਟ ਕਰ ਰਿਹਾ ਅਲੀਸ਼ਾ, ਇਹ ਫਿਲਮ ਹੈ, ਇਹ ਫਿਲਮ ਦੀ ਸ਼ੂਟਿੰਗ ਹੈ, ਮੈਂ ਨਹੀਂ ਆਵਾਂਗੀ, ਤੇ ਫਿਰ ਤੁਸੀਂ ਗੱਲ ਕਰੋ। ਇਹ ਇੱਕ ਸਾਡਾ ਨਾਰਮਲ ਪ੍ਰੋਗਰਾਮ ਹੈ, ਇਹਦੇ ਤੇ ਵੀ ਮੈਂ ਆਈ ਆ ਨਾ। ਤੁਸੀਂ ਮੈਨੂੰ ਫਿਲਮ ਆਫਰ ਕਰੋਗੇ 2-3 ਕਰੋੜ ਦੀ, ਤੇ ਮੈਂ ਕਿਉਂ ਨਹੀਂ ਆਵਾਂਗੀ? ਇਹਦਾ ਮਤਲਬ ਹੈ ਮੈਨੂੰ ਫਿਲਮ ਬਣਾਉਣੀ ਚਾਹੀਦੀ। ਤੁਸੀਂ ਹੁਣ ਨਿਆ ਚਿਹਰਾ, ਫਰਜ਼ ਕਰੋ ਤੁਸੀਂ ਮਜਾਜਨ ਫਿਲਮ ਬਣਾ ਰਹੇ ਹੋ, ਟਿਕਟ ਖਰੀਦ ਕੇ ਫਿਲਮ ਦੇਖਣ, ਅੱਛਾ ਕੰਮ ਹੋਣਾ ਚਾਹੀਦਾ। ਤੁਸੀਂ ਸਿੱਖਾਂ ਦੀਆਂ ਵੀ ਦੇਖੀਆਂ ਨੇ, ਕਿੰਨੀਆਂ ਅੱਛੀਆਂ ਪੰਜਾਬੀ ਫਿਲਮਾਂ ਬਣਦੀਆਂ ਨੇ। ਸਾਡੇ ਪਾਕਿਸਤਾਨ ਦੇ ਵਿੱਚ ਵੀ ਅਗਰ ਵਲਗੈਰਿਟੀ ਔਰ ਵਲਗਰ ਗਾਣੇ ਖਤਮ ਹੋ ਜਾਣ ਤੇ ਅੱਛੇ ਪੰਜਾਬੀ, ਅੱਛੀ ਸ਼ਾਇਰੀ ਦੇ ਗਾਣੇ ਵੀ ਬਣਨ, ਅੱਛੇ ਡਰੈਸਿਸ ਹੋਣ, ਅੱਛਾ ਸਕ੍ਰਿਪਟ ਹੋਵੇ। ਬੜੇ ਬੜੇ ਅੱਛੇ ਪੰਜਾਬੀ ਨਾਵਲ ਨੇ, ਤੁਸੀਂ ਰਜ਼ੀਆ ਭੱਟ ਦੇ ਨਾਵਲ ਲੈ ਲਓ, ਤੁਸੀਂ ਕੋਈ ਅੱਛੀ ਤੁਸੀਂ ਕਹਾਣੀ ਕੱਢੋ, ਤੁਸੀਂ ਉਹਦੇ ਤੇ ਅੱਛਾ ਮਿਊਜ਼ਿਕ ਬਣਾਓ। ਸ਼ਾਜ਼ੀਆ ਮੰਜ਼ੂਰ ਬੈਸਟ ਸਿੰਗਰ ਹੈ ਸਾਡੀ ਪਾਕਿਸਤਾਨ ਦੀ ਪੰਜਾਬੀ ਗਾਣਿਆਂ ਦੀ। ਕਿਹੜੇ ਗਾਣੇ ਜਿਹੜਾ ਤੁਸੀਂ ਜਿਸ ਵੇਲੇ ਪਰਫਾਰਮੈਂਸ ਕਰਦੇ ਸੋ ਪਹਿਲੇ, ਯਾਨੀ ਅਰੀਨਾ ਅਰਸਾ ਗਾਇਬ ਰਹਿਣ ਤੋਂ ਪਹਿਲੇ, ਯਾਨੀ ਪਰਫਾਰਮੈਂਸ ਤੇ ਸ਼ਾਜ਼ੀਆ ਮੰਜ਼ੂਰ ਦੇ ਗਾਣਿਆਂ ਤੇ ਵੀ ਪਰਫਾਰਮ ਕੀਤਾ? ਸ਼ਾਜ਼ੀਆ ਮੰਜ਼ੂਰ ਦੇ ਗਾਣਿਆਂ ਤੇ ਹਾਂਜੀ ਬਹੁਤ ਪਰਫਾਰਮ ਕੀਤਾ ਹੈ। ਉਸ ਵਕਤ ਨਿਰਮਾ ਵੀ ਬਹੁਤ ਪਰਫਾਰਮ ਕਰਦੀ ਸੀ ਉਹਨਾਂ ਗਾਣਿਆਂ ਤੇ ਨਾ, ਚੰਨ ਮੇਰੇ ਮਖਣਾ। ਸ਼ਾਇਦ ਉਹ ਪ੍ਰੋਗਰਾਮ ਦੇਖਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਲੜਕੀ ਉਹਨਾਂ ਦੀ ਕਿੰਨੀ ਵੱਡੀ ਫੈਨ ਹੈ। ਹਾਂ ਬਿਲਕੁਲ ਜੀ, ਦੇਖਣਗੇ ਪ੍ਰੋਗਰਾਮ। ਤੇ ਮੈਂ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਪਹਿਲੇ ਦੱਸਿਆ ਵੀ ਹੈ ਕਿ ਪਹਿਲੇ ਕੇਸਰ ਦੇ ਨਾਂ ਤੋਂ ਇਹ ਫੀਲਡ 'ਚ ਸਨ, ਲੇਕਿਨ ਫਿਰ ਜਿਸਲੇ ਕੁਝ ਅਰਸਾ ਗਾਇਬ ਰਹੀਆਂ ਤੇ ਫਿਰ ਇਹਨਾਂ ਨੇ ਨਾਂ ਆਪਣਾ ਚੇਂਜ ਕੀਤਾ। ਨਾਮ ਤੇ ਮੈਂ ਪਹਿਲੇ ਹੀ ਚੇਂਜ ਕਰ ਲਿਆ ਸੀ, ਲੇਕਿਨ ਤੁਹਾਨੂੰ ਪਤਾ ਹੈ ਫਿਰ ਰਾਬਤਾ ਨਹੀਂ, ਨਾਮ ਕਲਿੱਕ ਕਰਨ ਦੀ ਵੀ ਗੱਲ ਹੁੰਦੀ, ਕਿਸੇ ਨੂੰ ਸੂਟ ਕਰਦਾ, ਕਿਸੇ ਨੂੰ ਨਹੀਂ ਸੂਟ ਕਰਦਾ। ਔਰ ਅਗਰ ਸੂਟ ਨਹੀਂ ਕਰੇ ਤਾਂ ਨਾਮ ਤੁਸੀਂ ਚੇਂਜ ਕਰ ਸਕਦੇ ਹੋ। ਸਾਡੇ ਲੈਜੈਂਡ ਸਿੰਗਰ ਨੁਸਰਤ ਖਾਨ ਸਾਹਿਬ, ਹਾਂਜੀ, ਉਹਨਾਂ ਦਾ ਨਾਂ ਤੁਹਾਨੂੰ ਪਤਾ ਕੀ ਸੀ? ਪਰਵੇਜ਼ ਸੀ। ਉਹਨਾਂ ਨੂੰ ਘਰ 'ਚ ਪੇਜੀ ਕਹਿੰਦੇ ਸਨ। ਤੇ ਉਹਨਾਂ ਦੇ ਜਿਹੜੇ ਬਜ਼ੁਰਗ ਸਨ ਉਹ ਆਂਦੇ ਜਾਂਦੇ ਸਨ ਘਰ, ਤੇ ਉਹਨਾਂ ਨੇ ਕਿਹਾ ਜੀ ਇਹ ਪਰਵੇਜ਼ ਨਾਮ ਨਹੀਂ ਰੱਖਣਾ, ਨੁਸਰਤ ਖਾਨ ਰੱਖਣਾ ਹੈ, ਠੀਕ ਹੈ। ਤੇ ਇਹ ਚੀਜ਼ ਜਿਹੜੀ ਹੈ ਨਾ, ਉਹ ਫਿਰ ਤੁਹਾਨੂੰ ਅਗਰ ਦੱਸਦੇ ਨੇ ਕਿ ਯਾਰ ਇਹ ਚੀਜ਼ ਨਹੀਂ ਠੀਕ ਜਾਂ ਇਹ ਨਾ ਤੁਸੀਂ ਚੇਂਜ ਕਰ ਲਓ, ਤੇ ਉਹਦੇ 'ਚ ਕੋਈ ਉਹ ਨਹੀਂ ਹੈ, ਸ਼ਕਲ ਤੇ ਉਹੀ ਹੈ। ਸਹੀ ਗੱਲ। ਅੱਛਾ, ਫਿਰ ਤੁਸੀਂ ਇਹ ਦੱਸੋ ਕਿ ਹੁਣ ਜਿਸਲੇ ਇੰਨੀ ਦੇਰ ਬਾਅਦ ਫੀਲਡ 'ਚ ਆਏ ਹੋ ਤੇ ਬਕਾਇਦਾ ਮਿਊਜ਼ਿਕ ਦੀ ਤਰਬੀਅਤ ਹਾਸਲ ਕੀਤੀ? ਜੀ ਬਿਲਕੁਲ, ਮਰਸ਼ਦ ਸਾਹਿਬ ਦੀ ਸਟੂਡੈਂਟ ਹਾਂ ਮੈਂ। ਬਾਕੀ ਜ਼ਹੀਰ ਰਿਜ਼ਵੀ ਸਾਹਿਬ ਜਿਹੜੇ ਨੇ ਉਹਨਾਂ ਕੋਲੋਂ ਵੀ ਮੈਂ ਸਿੱਖ ਰਹੀ ਹਾਂ ਗਾਣਾ, ਔਰ ਡਾਂਸ ਵੀ ਤੁਹਾਨੂੰ ਪਤਾ ਹੈ ਬਕਾਇਦਾ ਕਥਕ ਕਲਾਸੀਕਲ ਦੀ ਮੁਹਾਰਤ ਹਾਸਲ ਕੀਤੀ ਹੈ, ਉਹ ਸਿੱਖਿਆ ਮੈਂ। ਔਰ ਮੈਂ ਇੱਕ ਹੋਰ ਵੀ ਗੱਲ ਕਰਨਾ ਚਾਹੁੰਦੀ ਹਾਂ, ਜਿਵੇਂ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਲੋਕ ਰੀਲ ਬਣਾ ਕੇ ਤੇ ਆਰਟਿਸਟ ਬਣ ਜਾਂਦੇ ਨੇ। ਆਰਟਿਸਟ ਬਣਨ ਵਾਸਤੇ ਨਾ ਬੜਾ ਮਿਹਨਤ ਕਰਨੀ ਪੈਂਦੀ ਹੈ। ਇੱਕ ਪੈਦਾਇਸ਼ੀ ਆਰਟਿਸਟ ਹੈ, ਮਤਲਬ ਤੁਸੀਂ ਸਮਝ ਲਓ ਕਿ ਇੱਕ ਡਾਇਮੰਡ ਹੈ, ਉਹ ਅੱਲਾਹ ਤਾਲਾ ਨੇ ਉਹਨੂੰ ਟੈਲੈਂਟ ਦਿੱਤਾ ਹੈ, ਲੇਕਿਨ ਫਿਰ ਵੀ ਤੁਹਾਨੂੰ ਇੱਕ ਉਸਤਾਦ ਦੀ ਜ਼ਰੂਰਤ ਪਏਗੀ, ਔਰ ਤੁਸੀਂ ਸਿੱਖੋਗੇ ਨਾ ਤੇ ਉਹਦਾ ਮਜ਼ਾ ਹੀ ਹੋ ਰਿਹਾ। ਟੀਚਰ ਤੋਂ ਬਗੈਰ
ਸਟੂਡੈਂਟ ਜਿਹੜਾ ਹੈ ਉਹ ਰਨ ਨਹੀਂ ਕਰ ਤੇ ਸਕਦਾ। ਡਾਂਸ ਦੀ ਤੁਸੀਂ ਤਰਬੀਅਤ ਕਿਹਦੇ ਕੋਲੋਂ ਹਾਸਲ ਕੀਤੀ? ਪੱਪੂ ਸਮਰਾਟ ਨਾਲ ਬਹੁਤ ਕੰਮ ਕੀਤਾ ਹੈ, ਜਬਾਰ ਨਾਲ ਬਹੁਤ ਕੰਮ ਕੀਤਾ ਹੈ, ਕਾਲੂ ਨਾਲ ਕੰਮ ਕੀਤਾ ਹੈ, ਨਿਗਾਹ ਨਾਲ ਕੰਮ ਕੀਤਾ ਬਹੁਤ ਜ਼ਿਆਦਾ। ਲੇਕਿਨ ਜਿਨ੍ਹਾਂ ਕੋਲੋਂ ਮੈਂ ਸਿੱਖਿਆ ਉਹ ਕਾਸ਼ਿਫ ਸਮਰਾਟ ਸੀ। ਉਹਦਾ ਥੋੜਾ ਇੰਡੀਅਨ ਸਟਾਈਲ ਸੀ, ਕਿਉਂਕਿ ਮੈਨੂੰ ਥੋੜਾ ਪੰਜਾਬੀ ਸਟਾਈਲ ਬਹੁਤ ਪਸੰਦ ਨਹੀਂ ਸੀ, ਕਿਉਂਕਿ ਉਹ ਜਿਵੇਂ ਤੁਹਾਨੂੰ ਪਤਾ ਬਾਗਾਂ 'ਚ ਜਿਵੇਂ ਉਹ ਘੋੜੇ ਤੇ ਮੈंने कहा मैं इंडियन स्टाइल वाली बच्ची है ਤੇ ਜ਼ਰਾ ਥੋੜਾ ਇੰਡੀਅਨ ਸਟਾਈਲ ਵਾਲਾ ਡਾਂਸ ਹੋਣਾ ਚਾਹੀਦਾ, ਕੋਈ ਕਲਾਸੀਕਲ ਟਾਈਪ। ਅੱਛਾ, ਤੇ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਸਟੇਜ ਤੇ ਵੈਸੇ ਪਰਫਾਰਮੈਂਸ ਕਰਦੇ ਰਹੇ, ਲੇਕਿਨ ਬੜੀਆਂ ਆਰਟਿਸਟਾਂ ਨੇ ਸਟੇਜ ਤੇ ਕੰਮ ਵੀ ਕੀਤਾ ਜਾ ਕੇ, ਤੇ ਕਿਆ ਤੁਹਾਨੂੰ ਆਫਰ ਹੋਈ ਸੀ? ਬਹੁਤ ਜ਼ਿਆਦਾ। ਤੁਸੀਂ ਯਕੀਨ ਕਰੋ ਬਰੀਫਕੇਸ ਪੈਸਿਆਂ ਵਾਲੇ ਇੰਜ ਮੇਰੇ ਅੱਗੇ ਆਏ ਸਨ। ਮੈਂ ਕਿਹਾ ਨਹੀਂ ਸਟੇਜ ਨਹੀਂ ਕਰਨਾ। ਕੀ ਵਜ੍ਹਾ? ਸਾਡੀ ਫੈਮਿਲੀ ਅਲਾਉ ਨਹੀਂ ਕਰਦੀ। ਅੱਛਾ। ਬੜੀ ਮੁਸ਼ਕਿਲ ਨਾਲ ਮੈਨੂੰ ਇਜਾਜ਼ਤ ਮਿਲੀ ਸੀ ਇਹ ਸ਼ੋਬਿਜ਼ ਦੇ ਵਿੱਚ ਕੰਮ ਕਰਨ ਦੀ, ਕਿਉਂਕਿ ਮੇਰੇ ਅੰਦਰ ਜਰਾਸੀਮ ਸਨ ਨਾ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ। ਅੱਛਾ। ਸ਼ੌਕ ਹੈ ਬੱਚੀ ਨੂੰ ਕਰ ਲਵੇ ਆਪਣਾ ਸ਼ੌਕ ਪੂਰਾ। ਤੇ ਇਹ ਦੱਸੋ ਕਿ ਜਿਹੜਾ ਸਟੇਜ ਵਾਲਾ ਡਾਂਸ ਹੈ, ਤੇ ਜਿਸ ਤਰ੍ਹਾਂ ਤੁਸੀਂ ਕਰਦੇ ਪਰਫਾਰਮੈਂਸ, ਨਾ ਕਿਆ ਕਰੋ ਛਲਾਂਗਾ ਵਾਲਾ ਡਾਂਸ ਕਿਆ ਕਰੋ। ਹਾਂ, ਦੇਖੋ ਸਟੇਜ ਜਿਹੜਾ ਸੀ ਉਹ ਅੱਛਾ ਸੀ। ਜੋ ਉਮਰ ਸ਼ਰੀਫ ਦੇ ਅੱਜ ਵੀ ਅਸੀਂ ਡਰਾਮੇ ਦੇਖਨੇ ਆ, ਉਹਦੇ ਵਿੱਚ ਤੁਹਾਨੂੰ ਵਲਗਰ ਵਰਡਸ ਜਾਂ ਕੋਈ ਐਸੀ ਚੀਜ਼ ਨਹੀਂ ਮਿਲੇਗੀ। ਅੱਛਾ, ਠੀਕ ਹੈ। ਮਤਲਬ ਕਿ ਤੁਸੀਂ ਜੁਗਤ ਕਰਨੀ ਹੈ, ਕਾਮੇਡੀ ਕਰਨੀ ਹੈ, ਉਹ ਤੁਸੀਂ ਸਾਫ਼ ਸੁਥਰੇ ਤਰੀਕੇ ਨਾਲ ਵੀ ਹਸਾ ਸਕਦੇ ਹੋ। ਜ਼ਰੂਰੀ ਹੈ ਕਿ ਤੁਸੀਂ ਉਹਦੇ ਅੰਦਰ ਕੋਈ ਵਲਗਰ ਵਰਡਸ ਜਾਂ ਕੋਈ ਐਸੀ ਚੀਜ਼ ਤੁਸੀਂ ਉਹਦੇ ਅੰਦਰ ਡਾਲੋ ਤੇ ਫਿਰ ਹੀ ਲੋਕ ਹੱਸਣਗੇ। ਆਮ ਅਸੀਂ ਹੁਣ ਗੱਲਾਂ ਕਰ ਰਹੇ ਹਾਂ ਤੇ ਵਿੱਚ ਕਈ ਅਸੀਂ ਗੱਲਾਂ ਐਸੀ ਵੀ ਕਰਨਾ ਜਿੱਥੋਂ ਅਸੀਂ ਹੱਸ ਵੀ ਪੈਂਦੇ ਹਾਂ। ਫਸ ਕਰੋ ਹੱਸੇ ਹੋ ਨਾ। ਤੇ ਇਹ ਜ਼ਰੂਰੀ ਨਹੀਂ ਹੁੰਦਾ। ਮੈਂ ਇਹ ਕਹਿੰਦੀ ਹਾਂ ਕਿ ਕਾਮੇਡੀ ਹੋਵੇ, ਫਿਲਮ ਹੋਵੇ, ਕੋਈ ਵੀ ਹੋਵੇ, ਐਸੀ ਬਣਾਓ ਕਿ ਫੈਮਲੀਜ਼ ਨੂੰ ਘਰੋਂ ਬਾਹਰ ਕੱਢੋ, ਫੈਮਲੀਜ਼ ਆ ਕਰ ਦੇਖਣ ਤੇ ਤੁਹਾਨੂੰ ਮਜ਼ਾ ਆਏ ਕਿ ਯਾਰ ਤੁਹਾਨੂੰ ਫੈਮਲੀਜ਼ ਵੀ ਐਪਰੀਸ਼ੀਏਟ ਕਰ ਰਹੇ ਨੇ ਔਰ ਬੱਚੇ ਵੀ ਦੇਖ ਰਹੇ ਨੇ ਕਿ ਇਸ ਫਿਲਮ 'ਚ ਮੈਸੇਜ ਕੀ ਦਿੱਤਾ। ਫਿਲਮਾਂ ਦਾ ਤੁਸੀਂ ਜਿਸ ਵੇਲੇ ਫਿਲਮਾਂ 'ਚ ਕੰਮ ਕਰਦੇ ਰਹੇ ਹੋ, ਉਸ ਵੇਲੇ ਸਟੂਡੀਓਜ਼ ਦੇ ਵਿੱਚ ਰਸ਼ ਵੀ ਤੁਸੀਂ ਵੇਖਿਆ, ਹੁਣ ਦਾ ਤੁਸੀਂ ਆਲਮ ਵੀ ਵੇਖਦੇ ਹੋ ਕਿ ਸਟੂਡੀਓ ਜਿਹੜੇ ਨੇ ਬਿਲਕੁਲ ਵੀਰਾਨ ਪਏ ਨੇ। ਤੇ ਇਹ ਜਿਹੜੀ ਇੰਡੀਅਨ ਪੰਜਾਬੀ ਸਟਾਈਲ ਦੀਆਂ ਫਿਲਮਾਂ ਨੇ, ਉਹ ਕਿਆ ਇੱਥੇ ਕਾਮਯਾਬ ਨਹੀਂ ਹੋ ਸਕਦੀਆਂ? ਨਹੀਂ ਬਣ ਸਕਦੀਆਂ। ਕੀ ਹੋਈਆਂ ਨੇ ਉਹਦੀ ਵਜ੍ਹਾ ਦੇਖੋ, ਸੱਚ ਬੋਲਣਾ ਚਾਹੀਦਾ ਨਾ। ਉਹ ਜਿਵੇਂ ਇੰਡੀਆ 'ਚ ਕੰਗਨਾ ਨਹੀਂ ਸੱਚ ਬੋਲਦੀ ਤਾਂ ਉਹਦੇ ਪਿੱਛੇ ਸਾਰੇ ਪੈ ਜਾਂਦੇ ਨੇ, ਇਹ ਸਾਈਕੋ ਹੈ, ਸਾਈਕੋ ਹੈ, ਸਾਈਕੋ ਹੈ। ਅੱਛਾ, ਜੇ ਇੱਧਰ ਵੀ ਸੱਚ ਬੋਲਣ ਦਾ ਇਰਾਦਾ? ਜੀ ਸੱਚ ਬੋਲਣ ਦਾ ਇਰਾਦਾ, ਬਿਲਕੁਲ ਮੱਖਣ ਮਾਰ ਕੇ ਸੱਚ ਬੋਲਣ ਦਾ ਇਰਾਦਾ ਹੈ। ਸੱਚ ਹੀ ਬੋਲਣਾ ਚਾਹੀਦਾ ਹੈ। ਅੱਛਾ, ਸੱਚ ਕੜਵਾ ਹੁੰਦਾ ਹੈ ਨਾ, ਉਹ ਇਸ ਵਜ੍ਹਾ ਤੋਂ ਬੁਰਾ ਵੀ ਲੱਗਦਾ ਹੈ। ਇਹ ਇੰਡਸਟਰੀ ਨੂੰ ਬਦਦੁਆ ਹੈ। ਬਦਦੁਆ ਕਾਦੀ ਹੈ? ਨਵੇਂ ਟੈਲੈਂਟ ਨੂੰ ਅੱਗੇ ਨਹੀਂ ਲੈ ਕੇ ਆਏ। ਅੱਛਾ, ਇਹਨਾਂ ਨੇ ਉਹੀ 5-6 ਹੀਰੋਇਨਸ ਔਰ ਉਹੀ 3 ਹੀਰੋ, ਬਸ ਫਰਜ਼ ਕਰੋ ਮੈਂ ਸਵੇਰ ਹਿੱਟ ਹੋ ਜਾਨੀ ਆ ਨਾ, ਇਹਨਾਂ ਨੇ ਹਰ ਡਰਾਮੇ ਹਰ ਫਿਲਮ 'ਚ ਮੈਨੂੰ ਹੀ ਕਾਸਟ ਕਰਨਾ ਹੈ। ਲਕੀਰ ਦੇ ਫਕੀਰ ਹਨ, ਠੀਕ ਹੈ। ਚੜ੍ਹਦੇ ਸੂਰਜ ਨੂੰ ਸਲਾਮ ਹੈ। ਸਹੀ ਗੱਲ। ਜਿਹੜਾ ਟੈਲੈਂਟ ਹੈ ਉਹਨੂੰ ਪ੍ਰਮੋਟ ਕਰੋ। ਭਾਵੇਂ ਉਹ ਤੁਸੀਂ ਇੰਡੀਆ ਦੇ ਤੁਸੀਂ ਦੇਖ ਲਓ ਕਿ ਹੀਰੋਇਨਸ ਜਿਹੜੀਆਂ ਬਗੈਰ ਮੇਕਅਪ ਤੋਂ ਤੁਸੀਂ ਉਹਨਾਂ ਨੂੰ ਨਹੀਂ ਦੇਖ ਸਕਦੇ। ਇਹ ਹਕੀਕਤ ਮੈਂ ਤੁਹਾਨੂੰ ਦੱਸ ਰਹੀ ਹਾਂ। ਕਈ ਹੀਰੋਇਨਾਂ ਐਸੀਆਂ ਨੇ ਲੇਕਿਨ ਉਹ ਟੈਲੈਂਟ ਨੂੰ ਪ੍ਰਮੋਟ ਕਰਦੇ ਨੇ। ਉਹਨਾਂ ਦਾ ਫਿਰ ਕਹਿੰਦੇ ਨੇ ਜੀ ਨਹੀਂ ਜੀ ਉਹਨਾਂ ਦਾ ਪਲੇਟਫਾਰਮ ਬਹੁਤ ਵੱਡਾ ਹੈ। ਗੱਲ ਪਲੇਟਫਾਰਮ ਨਹੀਂ ਹੁੰਦੀ, ਗੱਲ ਦਿਲ ਦੀ ਹੁੰਦੀ ਹੈ, ਪਲੇਟਫਾਰਮ ਦੀ ਗੱਲ ਨਹੀਂ ਹੁੰਦੀ। ਸਹੀ। ਤੁਹਾਡੇ ਕੋਲ ਛੋਟਾ ਕੰਮ ਹੈ ਨਾ, ਉਹ ਛੋਟਾ ਖੁਦ ਹੀ ਕਲਿੱਕ ਹੋ ਕੇ ਇੱਕ ਵੱਡਾ ਸਟਾਰ ਬਣ ਜਾਏਗਾ। ਸਹੀ ਗੱਲ। ਘਰੋਂ ਨਿਕਲ ਕੇ ਕੋਈ ਵੀ ਵੱਡਾ ਸਟਾਰ ਨਹੀਂ ਹੁੰਦਾ, ਕਿ ਕੋਈ ਵੀ ਗੱਡੀਆਂ ਤੇ ਕੋਠੀਆਂ ਤੇ ਨਹੀਂ ਹੁੰਦਾ। ਬਾਦੂ ਹੀ ਤੁਸੀਂ ਸੁਣਦੇ ਹੋ ਨਾ ਜੀ ਫਲਾਣਾ ਵੱਡਾ ਸਟਾਰ ਬਣ ਗਿਆ ਜਨਾਬ, ਉਹਦੇ ਨੇ ਹੁਣ ਉਹਨੇ V8 ਲੈ ਲਈਏ, ਹੁਣ ਉਹਨੇ BMW ਲੈ ਲਈਏ, ਉਹਨਾਂ ਨੇ 5 ਕਰੋੜ ਦਾ ਕਾਰ ਲੈ ਲਿਆ। ਇਹ ਬਾਦੂ ਹੀ ਸੁਣਦੇ ਹੋ ਨਾ। ਕੋਈ ਸ਼ੋਬਿਜ਼ ਤੋਂ ਸਟਾਰਟ ਤੇ ਨਹੀਂ, ਸ਼ੋਬਿਜ਼ ਦੀ ਜਰਨੀ ਆਈ ਸਟਾਰਟ ਹੁੰਦੀ ਜਨਾਬ ਫਲਾਣੀ ਉਹ ਰਿਕਸ਼ੇ ਤੇ ਆਈ ਸੀ। ਉਹ ਪਹਿਲੀ ਦਫਾ ਜਦੋਂ ਉਹਨੂੰ ਦੇਖਿਆ ਸੀ ਯਾਰ, ਉਹਨੂੰ ਤੇ ਕੋਈ ਡਰਾਮੇ 'ਚ ਵੀ ਨਹੀਂ ਸੀ ਰਹਿੰਦਾ। ਇਹ ਇੰਝ ਹੀ ਹੁੰਦਾ, ਹਾਂ ਵਿਚਾਰੀ ਨੂੰ ਕੋਈ ਫਿਲਮ ਨਹੀਂ ਦਿੰਦਾ, ਹਾਂ ਵਿਚਾਰੀ ਨੂੰ ਕੋਈ ਡਰਾਮੇ 'ਚ ਨਹੀਂ ਲੈਂਦਾ। ਜਦੋਂ ਸਟਾਰ ਬਣ ਜਾਂਦੀ ਉਦੋਂ ਸਾਰੇ ਕਰੋ 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 ਕਰੋ। ਸਹੀ। ਮੇਰੇ ਸਾਹਮਣੇ ਦੀ ਗੱਲ ਹੈ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਰੋਸ਼ਨ ਮਲਿਕ ਸਾਹਿਬ ਫਿਲਮ ਬਣਾ ਰਹੇ ਸਨ ਤੇ ਮਿਊਜ਼ਿਕ ਬਣ ਰਿਹਾ ਸੀ, ਤੇ ਲੋਕ ਉੱਥੇ ਬੈਠੇ ਕਹਿੰਦੇ ਨਹੀਂ ਜੀ ਰਾਹਤ ਖਾਨ ਸਾਹਿਬ ਨੂੰ ਨਹੀਂ ਕਰਨਾ, ਉਹ ਤੇ ਕਵਾਲ ਸਿੰਗਰ ਨੇ। ਅੱਛਾ। ਜਿਵੇਂ ਰਾਹਤ ਸਾਹਿਬ ਇੰਡੀਆ ਤੋਂ ਗਾ ਕੇ ਆਏ ਨੇ, ਸੁਬਹ ਕਰਾਚੀ ਦੇ ਹਰ ਡਰਾਮੇ 'ਚ ਰਾਹਤ ਸਾਹਿਬ ਦਾ ਗਾਣਾ, ਹਰ ਫਿਲਮ 'ਚ ਆਤਿਫ ਅਸਲਮ ਨੱਕ 'ਚ ਗਾਉਂਦਾ ਸੀ, ਨਹੀਂ ਉਹਨੂੰ ਫਿਲਮ 'ਚ ਲੈਣਾ ਯਾਰ, ਦਫਾ ਕਰੋ, ਕੋਈ ਹੋਰ ਸਿੰਗਰ ਕਰੋ, ਠੀਕ ਹੈ। ਤੇ ਹਫਤੇ ਬਾਅਦ ਜੀ ਆਤਿਫ ਅਸਲਮ ਵੀ OST ਗਾਣੇ ਗਾ ਰਿਹਾ। ਆਤਿਫ ਅਸਲਮ ਅੱਜ ਉਹੀ ਸਟਾਰ ਨੇ ਨਾ। ਇਹ ਅੱਲਾਹ ਤਾਲਾ ਦੀ ਜ਼ਾਤ ਤੇ ਇੱਜ਼ਤ ਦੇਣ ਵਾਲੀ, ਬੰਦਾ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਅਮਾਨਤ ਇੰਡੀਆ ਤੋਂ ਗਾ ਕੇ ਆਇਆ, ਅਮਾਨਤ ਚਾਹੀਦਾ ਪ੍ਰੋਗਰਾਮ ਮਾਰਨਿੰਗ ਸ਼ੋਅ 'ਚ ਆ ਸਕਦਾ ਹੈ, ਫਲਾਣੀ ਜਗ੍ਹਾ ਤੇ ਆ ਸਕਦਾ ਹੈ। ਮੈਂ ਤੁਹਾਨੂੰ ਉਹ ਗੱਲਾਂ ਦੱਸ ਰਹੀ ਹਾਂ ਜਿਹੜੀ ਹਕੀਕਤ ਮੈਂ ਆਪਣੀ ਅੱਖਾਂ ਨਾਲ ਦੇਖੀਆਂ ਨੇ। ਚੜ੍ਹਦੇ ਸੂਰਜ ਨੂੰ ਸਲਾਮ। ਸਹੀ। ਤੇ ਤੁਸੀਂ ਹੁਣ ਜਦੋਂ ਸਿੰਗਿੰਗ ਵਾਲੇ ਪਾਸੇ ਆਏ ਹੋ
ਤੇ ਕੀ ਯਾਨੀ ਕੰਮ ਤੁਸੀਂ ਸਟਾਰਟ ਕੀਤਾ? ਮੈਨੂੰ ਪਤਾ ਲੱਗਿਆ ਕਿ ਤੁਸੀਂ OST ਵੀ ਤੁਹਾਡਾ ਇੱਕ ਗਾਣਾ ਜਿਹੜਾ ਚੱਲਿਆ, ਯਾਨੀ ਇੱਕ ਡਰਾਮੇ ਤੇ, ਹੋਰ ਡਰਾਮਿਆਂ ਦੇ OST ਤੇ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ, ਤੇ ਨਾਲ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਐਜ਼ ਐਕਟਰਸ ਵੀ ਤੁਸੀਂ ਜਿਹੜਾ ਨਾ ਕੁਝ ਡਰਾਮਿਆਂ 'ਚ ਕੰਮ ਕਰ ਰਹੇ ਹੋ। ਇੱਕ ਚੈਨਲ ਨੇ ਵੀ ਤੁਹਾਨੂੰ ਬੁਲਾਇਆ, ਤੁਹਾਨੂੰ ਬੜੀਆਂ ਖਬਰਾਂ ਨੇ, ਪਰ ਅੰਦਰ ਦੀਆਂ ਖਬਰਾਂ ਫਿਰ ਜਿਹੜੀਆਂ ਨਾ ਨਿਊਜ਼ ਚੈਨਲ ਨੇ ਬੜੀਆਂ ਖਬਰਾਂ, ਤੇ ਇੱਕ ਚੈਨਲ ਨੇ ਤੁਹਾਨੂੰ ਬੁਲਾਇਆ ਆਪਣੇ ਡਰਾਮਿਆਂ ਵਾਸਤੇ, ਕੁਝ ਪ੍ਰਾਈਵੇਟ ਪ੍ਰੋਡਕਸ਼ਨਾਂ ਨੇ ਵੀ ਬੁਲਾਇਆ, ਤੇ ਕਿਆ ਉਹ ਸਿਰਫ OST ਵਾਸਤੇ ਜਾਂ ਐਜ਼ ਐਕਟਰਸ ਵੀ ਨਾਲ ਸਾਰਿਆਂ 'ਚ ਕਰੋਗੇ ਕੰਮ? ਜੀ ਆਫਰਸ ਕਾफ़ी अरसे तो आ रहे सी मैनू, और बस मैं थोड़ा मेरा माइंड ऐसा है कि ਤੁਸੀਂ 100 ਕੰਮ ਜੋ ਕਰਨੇ ਨੇ, ਉਹ 100 ਕੰਮ ਚੋਂ ਅਗਰ ਤੁਸੀਂ ਇੱਕ ਅੱਛਾ ਸਕ੍ਰਿਪਟ ਔਰ ਇੱਕ ਅੱਛਾ ਕੰਮ ਕੀਤਾ ਹੈ, ਉਹ ਤੁਹਾਨੂੰ ਰਾਤੋਂ ਰਾਤ ਸਟਾਰ ਬਣਾ ਸਕਦਾ ਹੈ। ਕਿਉਂਕਿ ਹੁਣ ਅਸੀਂ ਵੀ ਕਿਤਾਬਾਂ ਪੜ੍ਹ ਕੇ ਮੰਟੋ ਇਹ ਉਹ, ਤੇ ਸਾਡੇ ਅੰਦਰ ਵੀ ਹੁਣ ਥੋੜਾ ਮੰਟੋ ਆ ਗਿਆ ਨਾ, ਅਸੀਂ ਹੁਣ ਕੀ ਕਰ ਸਕਦੇ ਹਾਂ। ਤੇ ਮਤਲਬ ਕਹਿਣ ਦਾ ਮਕਸਦ ਹੈ ਕਿ ਅੱਛਾ ਸਕ੍ਰਿਪਟ ਅਗਰ ਆਏ ਨਾ ਤਾਂ ਉਹ ਮੈਂ ਐਕਸੈप्ट ਕਰਾਂਗੀ। ਪਹਿਲੇ ਮੈਂ ਜਾਵਾਂਗੀ कराची, ਦੇਖਾਂਗੀ ਅੱਛਾ ਸਕ੍ਰਿਪਟ, ਪਹਿਲੇ ਸੁਣਾਂਗੀ ਕਹਾਣੀ ਕੀ ਹੈ ਡਰਾਮੇ ਦੀ ਨਾ। ਮੇਰਾ ਦਿਲ ਕਰਦਾ ਹੈ ਕਿ ਕਰੈਕਟਰ ਕੋਈ ਐਸਾ ਹੋਵੇ ਜਿਹੜਾ ਬਹੁਤ ਮੁਸ਼ਕਿਲ ਤਰੀਨ ਹੋਏ। ਟੈਲੈਂਟ ਹੈ ਨਾ ਜੋ ਹਰ ਕਿਸੇ ਨੂੰ ਸਮਝ ਨਹੀਂ ਆਉਂਦਾ ਇੱਥੇ, ਕਿਉਂਕਿ ਇੱਥੋਂ ਖਾਲੀ ਨੇ ਕਾਫੀ ਜ਼ਿਆਦਾ ਲੋਕ ਨਾ ਇੱਥੇ, ਖਾਸ ਤੌਰ ਤੇ ਨਏ ਟੈਲੈਂਟ ਨੂੰ ਉਹਨਾਂ ਨੇ ਪ੍ਰਮੋਟ ਤੇ ਕਸਮ ਖਾਦੀ ਕਿ ਨਹੀਂ ਕਰਨਾ। ਲੇਕਿਨ ਇਹ ਵੇਖੇ कराची 'ਚ ਮਾਰਕੀਟ ਅੱਛੀ ਹੈ, ਅੱਛੇ ਲੋਕ ਨੇ ਉੱਥੇ, ਨਏ ਟੈਲੈਂਟ ਨੂੰ ਬਹੁਤ ਅੱਛਾ ਪ੍ਰਮੋਟ ਕੀਤਾ ਜਾਂਦਾ ਹੈ। OST ਉੱਥੇ ਗਾਇਆ ਉਹ ਕਿਹੜੇ ਡਰਾਮੇ ਦਾ ਸੀ? ਸਰੇ ਬਾਜ਼ਾਰ ਦਾ। ਤੇ ਥੋੜਾ ਜਿਹਾ ਸੁਣਾਓਗੇ? ਜੀ ਬਿਲकुल। ਹਾਂਜੀ। सरे बाजार लाके मुझे पे हर एक हंसता है, हमें ये नोच खाएंगे ये डर भी लगता है, हमें ये नोच खाएंगे ये डर भी लगता है, सरे बाजार लाके आ, आ, सरे बाजार लाके। ਤੇ ਇਹ ਪਹਿਲਾ OST ਤੁਸੀਂ ਗਾਣ ਤੋਂ ਬਾਅਦ ਤੁਹਾਨੂੰ ਕੀ ਰਿਸਪੌਂਸ ਮਿਲਿਆ? ਕਿੰਨੇ ਡਰਾਮਿਆਂ ਦੇ ਹੁਣ OST ਤੁਸੀਂ ਕਰ ਰਹੇ ਹੋ? OST ਜਿਹੜਾ ਹੈ ਬਹੁਤ ਜ਼ਿਆਦਾ ਵਾਇਰਲ ਹੋਇਆ, ਔਰ ਉਹਦੀ ਸ਼ਾਇਰੀ ਬਹੁਤ ਅੱਛੀ ਸੀ, ਮਿਊਜ਼ਿਕ ਬਹੁਤ ਅੱਛਾ ਸੀ, ਔਰ ਜੋ ਗਾਣਾ ਜਦੋਂ ਉਹਨਾਂ ਨੇ ਮੈਨੂੰ ਭੇਜਿਆ, ਮੈਂ ਲਾਹੌਰ ਸੀ। ਅੱਛਾ। ਤੇ ਉਹਨਾਂ ਨੇ ਕਿਹਾ ਕਿ ਅਲੀਸ਼ਾ ਜੀ ਇਹ ਗਾਣਾ ਹੈ OST ਸਰੇ ਬਾਜ਼ਾਰ, ਤੇ ਇਹ ਜਰਾ ਤੁਸੀਂ ਸੁਣੋ, ਇਹ ਤੁਹਾਡੇ ਵੋਕਲ ਰੇਂਜ ਵੀ ਹੁੰਦੀ ਹੈ ਨਾ ਸਿੰਗਰ ਦੀ। ਸਹੀ। ਤੇ ਇੰਡੀਆ ਵਿੱਚ ਤੇ ਇਹ ਬਹੁਤ ਜ਼ਿਆਦਾ ਕੀਤਾ ਕਿ ਇੱਕ ਹੈਵੀ ਵੋਕਲ ਵਾਲਾ ਗਾਣਾ ਸੁਖਵਿੰਦਰ ਜੀ को गवाया, सोनू निगम का गाना सोनू निगम को, कविता जी का गाना, लता जी का गाना लता जी को गवाया, टोन के हिसाब नाल। साडे पाकिस्तान च ये थोड़ा जिहा मसला है, लेकिन हुण काफ़ी ज़्यादा चीज़ां लोकां नूं समझ आ गई है। सही। तारीफ कर रही, तारीफ बुराई नहीं कर रही। हाँ सही। ते ਉਹ कराची जरा ना थोड़ा जिहा तुहानूं पता लाहौर तो थोड़ा मुख्तलिफ काम करते हैं, थोड़ा मतलब ਇਹ ਇੰਡੀਅਨ ਮਾਈਂਡ ਦੇ ਲੋਕ ਨੇ ਉੱਥੇ ਜ਼ਿਆਦਾ ਨਾ, ਥੋੜਾ ਪ੍ਰੋਫੈਸ਼ਨਲੀ ਜ਼ਰਾ ਕੰਮ ਕਰਦੇ ਨੇ। ਸਹੀ। ਉਹਨਾਂ ਨੇ ਕਿਹਾ ਕਿ ਇਹ ਵੋਕਲ ਜਿਹੜਾ ਨਾ ਥੋੜਾ ਇੰਡੀਅਨ ਟੋਨ 'ਚ ਸਾਨੂੰ ਚਾਹੀਦਾ ਹੈ, ਤਾਂ ਜ਼ਰਾ ਦੇਖੋ, ਜ਼ਰਾ ਤੁਹਾਡੇ ਵੋਕਲ ਰੇਂਜ 'ਤੇ ਆਉਂਦਾ ਹੈ। ਉਹਨਾਂ ਨੂੰ ਮੈਂ 2-4 ਲਾਈਨਾਂ ਗਾ ਕੇ WhatsApp ਤੇ ਸੈਂਡ ਕੀਤੀਆਂ, ਉਹਨਾਂ ਨੇ ਕਿਹਾ ਓਕੇ। ਮੈਂ ਬੜੀ ਹੈਪੀ, ਮੈਂ ਕਿਹਾ ਚਲੋ ਯਾਰ ਫਸਟ OST ਡਰਾਮੇ ਦਾ, ਚਲੋ ਇਹ ਕਰਨਾ ਚਾਹੀਦਾ। ਫਿਰ ਉਹ ਸਟੂਡੀਓ ਇੱਥੇ ਨਿਜਾਤ ਅਲੀ ਦੇ ਸਟੂਡੀਓ ਸਾਰਾ ਹੋਇਆ ਸੀ, ਫਿਰ ਉਹਨੂੰ ਥੋੜਾ ਚੇਂਜ ਵੀ ਅਸੀਂ ਕੀਤਾ, ਉਹ 'ਚ ਅਲਾਪ ਐਡ ਕੀਤਾ ਨਿਜਾਤ ਨੇ। ਹਾਂਜੀ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ, ਗਾਣਾ ਵੀ ਮੇਰਾ ਨਿਜਾਤ ਨੇ ਹੀ ਬਣਾਇਆ ਪਹਿਲਾਂ। ਸਹੀ, ਬਿਲਕੁਲ। ਉਹਦੇ ਤੇ ਵੀ ਗੱਲ ਕਰਨੇ ਆ ਕਿ ਮੁਲਤਾਨੀ ਕੰਗਣ ਤੁਹਾਡਾ ਇੱਕ ਗਾਣਾ ਜਿਹੜਾ ਉਹ ਵੀ ਬੜਾ ਵਾਇਰਲ ਹੋਇਆ। ਹਾਂਜੀ। ਤੇ ਉਹ ਤੁਹਾਨੂੰ ਖਿਆਲ ਕਿਸ ਤਰ੍ਹਾਂ ਆਇਆ ਕਿ ਮੁਲਤਾਨੀ ਕੰਗਣ ਨੂੰ ਜਿਹੜਾ ਉਹ ਰੀਮਿਕਸ ਕੀਤਾ ਜਾਏ? ਉਹ ਮੈਂ ਕਿਹਾ ਦੇਖੋ, ਨੂਰ ਜਹਾਨ ਸਾਡੇ ਪਾਕਿਸਤਾਨ ਦਾ ਇੱਕ ਐਸਾ ਨਾਮ ਹੈ ਜਿਹੜਾ ਕਿ ਜਿਵੇਂ ਨੁਸਰਤ ਖਾਨ ਸਾਹਿਬ ਦਾ ਨਾਮ ਚੱਲਦਾ ਹੈ, ਇਸ ਤਰ੍ਹਾਂ ਮੈਡਮ ਨੂਰ ਜਹਾਨ ਦਾ ਨਾਮ ਵੀ ਪੂਰੀ ਦੁਨੀਆ ਤੇ ਜਾਣਿਆ ਜਾਂਦਾ ਹੈ। ਬਿਲਕੁਲ। ਔਰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਉਹਨਾਂ ਦੀ ਗਾਇਕੀ ਨਾਲ। ਅਸੀਂ ਉਹਨਾਂ ਨੂੰ ਗਾ ਹੀ ਰਹੇ ਹਾਂ, ਜ਼ਾਹਿਰ ਉਹਨਾਂ ਨੂੰ ਗਾ ਕੇ ਸਾਰੀ ਦੁਨੀਆ ਹੀ ਉਹਨਾਂ ਨੂੰ ਗਾ ਕੇ ਅੱਗੇ ਆ ਰਹੀ ਹੈ। ਬਿਲਕੁਲ। ਔਰ ਉਹਨਾਂ ਦੇ ਗਾਣੇ ਐਸੇ ਨੇ, ਮੈਂ ਕਿਹਾ ਕਿ ਕੋਈ ਗਾਣਾ ਐਸਾ ਚੂਜ਼ ਕੀਤਾ ਜਾਵੇ ਜਿਹੜਾ ਕਿ ਰੀਮਿਕਸ ਟਾਈਪ ਹੋਏ ਔਰ ਲੋਕਾਂ ਨੂੰ ਪਸੰਦ ਆਏ। ਉਹ ਮੈਂ ਸਰਚ ਕੀਤਾ ਤੇ ਉਹ ਇੱਕ ਸਿੱਖਣੀ ਨੇ ਗਾਇਆ ਹੋਇਆ ਸੀ, ਔਰ ਬੜਾ ਬੁਰਾ ਗਾਇਆ ਹੋਇਆ ਸੀ। ਅੱਛਾ, ਇਹ ਗਾਣਾ ਰੀਮਿਕਸ ਕੀਤਾ ਸੀ? ਬਹੁਤ ਹੀ ਬੁਰਾ ਗਾਇਆ ਹੋਇਆ ਸੀ। ਅੱਛਾ। ਤੇ ਮੈਂ ਕਿਹਾ ਕਿਉਂ ਨਾ ਇਹਨੂੰ ਰੀਮਿਕਸ ਕਰਕੇ ਮਾਰਕੀਟ 'ਚ ਲਾਇਆ ਜਾਏ, ਕਿਉਂਕਿ ਮੈਡਮ ਨੂਰ ਜਹਾਨ ਦੇ ਗਾਣੇ ਤੇ ਹਰ ਕਿਸੇ ਨੂੰ ਪਤਾ ਹੈ। ਮੈਂ ਕਹਿੰਦੇ ਪਹਿਚਾਨ ਇਨਸਾਨ ਦੇ ਆਪਣੇ ਗਾਣੇ ਤੋਂ ਹੁੰਦੀ ਹੈ। ਬਿਲਕੁਲ।
ਆਪਣਾ ਗਾਣਾ ਤੇ ਜਿਹੜਾ ਮੈਂ ਬਣਾ ਰਹੀ ਸਾਂ, ਲੇਕਿਨ ਨਾਲ ਫਿਰ ਮੈਂ ਮੁਲਤਾਨੀ ਕੰਗਨ ਜਿਹੜਾ ਇਹਨਾਂ ਦਾ ਟਰੈਕ ਜਵਾਦ ਨੇ ਬਹੁਤ, ਹਾਵਰ ਜਵਾਦ ਨੇ ਬਹੁਤ ਅੱਛਾ ਬਣਾਇਆ। ਅੱਛਾ, ਤਾਂ ਮੈਂ ਚਾਹਾਂਗਾ ਕਿ ਥੋੜਾ ਜਿਹਾ ਵੀ ਗੁੰਗਣਾ ਕੇ ਸੁਣਾਓ। ਹਾਂਜੀ ਬਿਲकुल। ਮੁਲਤਾਨੀ ਕੰਗਨ ਪਵਾ ਦੇਵੇ ਪੂਰੇ ਕਰ ਦੇ ਵਾਦੇ, ਮੁਲਤਾਨੀ ਕੰਗਨ ਪਵਾ ਦੇਵੇ ਪੂਰੇ ਕਰ ਦੇ ਵਾਦੇ, ਇਹ ਨਰਮ ਤੇ ਨਾਜ਼ੁਕ ਬਾਵਾਂ ਤੈਨੂੰ ਵੇਖਾਂ ਤੇ ਛਣਕਾਵਾਂ, ਇਹ ਨਰਮ ਤੇ ਨਾਜ਼ੁਕ ਬਾਵਾਂ ਤੈਨੂੰ ਵੇਖਾਂ ਤੇ ਛਣਕਾਵਾਂ, ਮੈਨੂੰ ਛੇਤੀ ਨਾਲ ਲਿਆ ਦੇਵੇ, ਮੁਲਤਾਨੀ ਕੰਗਨ ਪਵਾ ਦੇਵੇ ਪੂਰੇ ਕਰ ਦੇ ਵਾਦੇ, ਮੁਲਤਾਨੀ ਕੰਗਨ ਪਵਾ ਦੇਵੇ ਪੂਰੇ ਕਰ ਦੇ ਵਾਦੇ। ਜ਼ਬਰਦਸਤ ਜੀ। ਤੇ ਮੁਲਤਾਨੀ ਕੰਗਨ ਤੋਂ ਬਾਅਦ ਤੁਸੀਂ ਹੋਰ ਕਿਸ ਤਰ੍ਹਾਂ ਦੇ ਗਾਣੇ ਰਿਕਾਰਡ ਕਰ ਰਹੇ ਹੋ? ਮੈਨੂੰ ਪਤਾ ਲੱਗਿਆ ਹੈ ਕਿ ਕੋਈ 4 ਉਰਦੂ ਗਾਣੇ, ਕੋਈ 4 ਪੰਜਾਬੀ ਗਾਣੇ, ਤੇ ਸਰਾਇਕੀਆਂ ਦਾ ਵੀ ਅੱਜਕੱਲ ਬੜਾ ਰਿਵਾਜ ਹੈ। ਸਰਾਇਕੀ ਵਾਲੇ ਪਾਸੇ ਨੂੰ ਦਿਲ ਕੀਤਾ। ਸਰਾਇਕੀ ਗਾਣਾ ਵੀ ਬਣਾ ਰਹੀ ਹਾਂ ਮੈਂ ਬਹੁਤ ਅੱਛਾ। ਇਹ ਇੱਕਦਮ ਸਰਪ੍ਰਾਈਜ਼ ਮਿਲੇਗਾ ਆਡੀਅנס ਨੂੰ ਨਾ। ਅੱਛਾ। ਹਾਂ, ਸਭ ਜਿਹੜੇ ਮੇਰੇ ਫੈਨਸ ਨੇ, ਦੇਖਣ ਵਾਲੇ ਸਭ ਨੂੰ ਬਹੁਤ ਅੱਛਾ ਸਰਪ੍ਰਾਈਜ਼ ਮਿਲੇਗਾ। ਸਟੈਪ ਬਾय ਸਟੈਪ, ਆਹਿਸਤਾ ਆਹਿਸਤਾ ਮੈਂ ਸਲੋਲੀ ਚੱਲ ਰਹੀ ਹਾਂ ਕਿ ਇੱਕਦਮ ਬਿਲਕੁਲ ਉਹ ਨਹੀਂ, ਵਾਇਰਲ ਵਾਲਾ ਕੰਮ ਨਹੀਂ ਕਰਨਾ। ਵਾਇਰਲ ਤੁਸੀਂ ਆਪੇ ਹੀ ਹੋ ਜਾਂਦੇ ਹੋ। ਕੰਮ ਅੱਛਾ ਕਰੋ, ਤੁਹਾਨੂੰ ਮੰਜ਼ਿਲ ਜ਼ਰੂਰ ਮਿਲੇਗੀ, ਕਾਮਯਾਬੀ ਵੀ ਜ਼ਰੂਰ ਮਿਲੇਗੀ। ਲੇਕਿਨ ਤੁਸੀਂ ਜਿਹੜਾ ਉਹ ਸਮਝਦੇ ਹੋ ਜੀ ਇੱਕ ਦਿਨ ਅਸੇ ਤੁਸੀਂ ਵਾਇਰਲ ਹੋ ਗਏ ਹੋ ਔਰ ਉਸ ਤੋਂ ਬਾਅਦ ਤੁਸੀਂ ਸਟਾਰ ਬਣ ਗਏ ਹੋ, ਬਸ 4 ਦਿਨ ਦਾ ਹੀ ਸਟਾਰ ਹੁੰਦਾ ਹੈ। ਉਹ ਸਟਾਰ ਹੀ ਹੁੰਦਾ ਹੈ, ਉਹ ਲਾਈਫ ਟਾਈਮ ਲਾਈ ਤੋਂ। ਤੇ ਉਹ ਬਾਹਰ ਕੈਨੇਡਾ ਔਰ USA ਦੇ ਜਿਹੜੇ ਸ਼ੋਜ਼ ਹੁੰਦੇ ਨੇ ਉਹ ਬਹੁਤ ਜ਼ਿਆਦਾ ਉੱਥੋਂ। ਫਿਰ ਦੁਬਈ ਮੈਂ ਬਹੁਤ ਕਨਸਰਟ ਸ਼ੋਜ਼ ਕੀਤੇ ਨੇ, ਬਹੁਤ ਜ਼ਿਆਦਾ। ਤੇ ਫਨਕਾਰਾਂ 'ਚ ਬੜੀ ਜੈਲਸੀ ਵੀ ਹੁੰਦੀ ਜਿਸ ਵੇਲੇ ਤੁਸੀਂ ਪਹਿਲੇ ਐਕਟਿੰਗ ਕਰਦੇ ਰਹੇ, ਪਰਫਾਰਮੈਂਸ ਕਰਦੇ ਰਹੇ, ਜਾਂ ਹੁਣ ਜਿਸ ਵੇਲੇ ਸਿੰਗਿੰਗ ਕਰ ਰਹੇ ਹੋ, ਤੇ ਸਮਝਦੇ ਹੋ ਕਿ ਲੋਕ ਜੈਲਸ ਹੁੰਦੇ ਨੇ ਤੁਹਾਡੇ ਕੋਲ? ਉਹਦੀ ਵਜ੍ਹਾ ਪਤਾ ਕੀ ਹੈ? ਮੈਂ ਤੁਹਾਨੂੰ ਛੋਟੀ ਜੀ ਸ਼ਾਰਟ ਲਫ਼ਜ਼ਾਂ 'ਚ ਗੱਲ ਖਤਮ ਕਰ ਦੇਣੀ ਹੈ। ਤੁਸੀਂ ਕਿੰਨੇ ਵੀ ਅੱਛੇ ਹੋ ਨਾ, ਤੁਸੀਂ ਪਿੱਛੇ ਮੁੜ ਕੇ ਨਾ ਦੇਖੋ, ਆਪਣੇ ਕੰਮ ਵੱਲ ਫੋਕਸ ਕਰੋ। ਕੌਣ ਕੀ ਕਹਿ ਰਿਹਾ ਹੈ ਇਗਨੋਰ ਕਰੋ, ਇੱਧਰੋਂ ਸੁਣੋ ਇੱਧਰੋਂ ਪੜ੍ਹੋ। ਇਹ ਤੇ ਜ਼ਿੰਦਗੀ ਦੀ ਹਕੀਕਤ ਹੈ। ਤੁਸੀਂ ਜਦੋਂ ਪੀਕ ਤੇ ਜਾਣਾ ਹੈ ਤੇ ਉਹ ਤੇ ਇੱਕ ਨੈਚੁਰਲ ਗੱਲ ਹੈ ਨਾ, ਉਹ ਤੇ ਬੱਚਿਆਂ ਵਾਲੀ ਗੱਲ ਹੈ ਹੀ ਨਹੀਂ। ਉਹ ਤੇ ਇੱਕ ਹਕੀਕਤ ਹੈ ਕਿ ਇਹ ਤੇ ਹੈ, ਜ਼ਿੰਦਗੀ ਦੇ ਨਾਲ ਹੈ। ਹਾਂ, ਜਦੋਂ ਤੁਸੀਂ ਮੈਚੁਰ ਲੈਵਲ ਤੇ ਚਲੇ ਜਾਂਦੇ ਹੋ ਤੁਹਾਨੂੰ ਪਤਾ ਚੱਲ ਜਾਂਦਾ ਹੈ। ਫਿਰ ਤੁਹਾਨੂੰ ਖੁਦ ਵੀ ਚੁਕੰਨਾ ਹੋਣਾ ਚਾਹੀਦਾ ਹੈ ਕਿ ਯਾਰ ਕਿਹੜਾ ਦੋਸਤ ਹੈ, ਕਿਹੜਾ ਦੁਸ਼ਮਣ ਹੈ, ਕਿਤੇ ਕੋਲ ਆਪਣਾ ਦਾਮਨ ਬਚਾਉਣਾ ਹੈ, ਕੀ ਸਹੀ ਹੈ, ਕੀ ਮਤਲਬ ਰੋਂਗ ਐਂਡ ਰਾਈਟ ਕੀ ਹੈ। ਮਤਲਬ ਉਹ ਤੁਹਾਨੂੰ ਖੁਦ ਵੀ ਸਮਝਦਾਰ ਹੋਣਾ ਚਾਹੀਦਾ, ਫੋਕਸ ਕਰਨਾ ਚਾਹੀਦਾ ਹੈ ਔਰ ਗਲਤ ਲੋਕਾਂ ਕੋਲੋਂ ਬਚਣਾ ਚਾਹੀਦਾ ਹੈ ਔਰ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ। ਅੱਛਾ, ਤੇ ਉਹ ਪਹਿਲੇ ਜਿਵੇਂ ਦੌਰ ਸੀਗਾ ਉਹਦੇ ਵਿੱਚ ਤੁਹਾਨੂੰ ਪਤਾ ਕਿ ਆਰਟਿਸਟਾਂ ਆਪਣੇ ਸਕੈਂਡਲ ਖੁਦ ਬਣਵਾਉਂਦੀਆਂ ਸਨ ਹਿੱਟ ਹੋਣ ਵਾਸਤੇ। ਇਹਨਾਂ ਦੀ ਜਿਹੜੀ ਸ਼ੋਹਰਤ ਹੈਗੀ ਇਹਨੂੰ ਕੀ ਸਮਝਦੇ ਹੋ ਤੁਸੀਂ? ਬਹੁਤ ਗੰਦਗੀ ਹੈ, ਬਹੁਤ ਗਲਤ ਗੱਲ ਹੈ, ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਔਰ ਅਗਰ ਹੈ ਵੀ ਨਾ ਤੇ ਲੋਕ ਜਿਹੜਾ ਵਾਇਰਲ ਕਰਦੇ ਨੇ ਨਾ, ਉਹ ਸਭ ਤੋਂ ਜ਼ਿਆਦਾ ਵੱਡਾ ਗੁਨਾਹ ਕਰਦੇ ਨੇ ਬਜਾਏ ਪਰਦਾ ਪਾਉਣ ਤੇ। ਮੈਂ ਇੱਥੇ ਇੱਕ ਗੱਲ ਕਰ ਰਹੀ ਹਾਂ, ਔਰਤ ਨੂੰ ਹਰ ਕੋਈ ਗਲਤ ਕਹਿੰਦਾ ਹੈ, ਠੀਕ ਹੈ। ਮੈਂ ਇਹ ਨਹੀਂ ਕਹਿੰਦੀ ਕਿ ਔਰਤਾਂ ਬਹੁਤ ਅੱਛੀਆਂ ਨੇ, ਮਰਦ ਬਹੁਤ ਬੁਰੇ ਨੇ, ਮਰਦ ਬਹੁਤ ਅੱਛੇ ਨੇ। ਔਰਤ ਔਰ ਮਰਦ ਮੈਂ ਦੋਨਾਂ ਦੀ ਗੱਲ ਕਰ ਰਹੀ। ਕੋਈ ਵੀ ਕਿਸੇ ਵੀ, ਤੁਸੀਂ ਸੋਸ਼ਲ ਐਪ ਤੇ ਤੁਸੀਂ ਚਲੇ ਜਾਓ, ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਮੈਂ ਤੁਹਾਨੂੰ ਜਵਾਬ ਨਹੀਂ ਦੇਵਾਂਗੀ ਤੇ ਤੁਸੀਂ ਮੇਰੇ ਨਾਲ ਕਿਸ ਤਰ੍ਹਾਂ ਖਰਾਬ ਹੋ ਸਕਦੇ ਹੋ ਜਦੋਂ ਮੈਂ ਤੁਹਾਨੂੰ ਅੱਗੋਂ ਜਵਾਬ ਹੀ ਨਹੀਂ ਦੇਣਾ? ਸਹੀ। ਤੁਸੀਂ ਮੇਰੀ ਕੰਨਪੱਟੀ ਤੇ ਪਿਸਟਲ ਤੇ ਨਹੀਂ ਰੱਖੀ। ਜਦੋਂ ਮੈਂ ਤੁਹਾਡੇ ਨਾਲ ਚੈਟ ਕਰਾਂਗੀ ਜਾਂ ਤੁਹਾਡੇ ਨਾਲ ਗੱਲ ਕਰਾਂਗੀ ਤੇ ਫੇਰ ਹੀ ਅੱਗੇ ਗੱਲਬਾਤ ਹੋਏਗੀ ਨਾ। ਤੇ ਫਿਰ ਔਰਤ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੁਝੇ ਤੰਗ ਕਰ ਰਹਾ ਹੈ, ਇਹ ਮੈਨੂੰ ਤੰਗ ਕਰ ਰਿਹਾ ਹੈ। ਵੀ ਇਹ ਲੋਕ ਜਾਣਦੇ ਨੇ, ਉਹਨਾਂ ਨਾਲ ਪਿਆਰ ਕਰਦੇ ਨੇ। ਤੁਸੀਂ ਆਪਣੇ ਸਟਾਰਸ ਦੀ ਜਾ ਕੇ ਬੁਰਾਈ ਕਰਦੇ ਹੋ ਤੇ ਤੁਹਾਨੂੰ ਖੁਦ ਵੀ ਇਸ ਚੀਜ਼ ਦੀ ਸ਼ਰਮ ਆਣੀ ਚਾਹੀਦੀ ਹੈ ਕਿ ਯਾਰ ਆਪਣੀ ਕੰਟਰੀ ਦੇ ਸਟਾਰਸ ਨੂੰ ਤੁਸੀਂ ਤਾਰੀਫ ਕਰੋ, ਐਪਰੀਸ਼ੀਏਟ ਕਰੋ ਕਿ ਯਾਰ ਸਾਡੇ ਚੱਲ ਰਿਹਾ ਹੈ। ਇਹ ਤੇ ਹਕੂਮਤ ਨੂੰ ਵੀ ਥੋੜਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ। ਬਿਲਕੁਲ, ਉਹ ਲੈਂਦੇ ਵੀ ਨੇ ਤਾਂ ਕਿ ਇਹ ਚੀਜ਼ ਜਿਹੜੀ ਹੈ ਨਾ ਖਤਮ ਹੋਏ। ਅੱਛੀ ਚੀਜ਼ ਨਹੀਂ ਹੈ। ਆਉਣ ਵਾਲੇ ਪ੍ਰੋਜੈਕਟ ਦੱਸੋ। ਆਉਣ ਵਾਲੇ ਪ੍ਰੋਜੈਕਟ ਰਫਤਾ ਦਾ ਵੀਡੀਓ ਔਰ ਅਪਕਮਿੰਗ ਜਿਹੜਾ ਹੈ ਉਹ ਟੀਵੀ ਡਰਾਮਾਸ ਔਰ ਨਿਊ OST ਡਰਾਮਾਸ ਦੇ ਗਾਣੇ। ਯਾਨੀ ਹੁਣ ਤੁਸੀਂ ਗਾਣੇ ਕਰਾਚੀ ਤੋਂ ਤੇ ਐਕਟਿੰਗ ਤੇ ਜਿਹੜਾ ਫੋਕਸ ਕੀਤਾ ਹੈ, ਪਰਫਾਰਮੈਂਸ ਜਿਹੜੀ ਥੋੜੀ ਜਿਹੀ ਪਿੱਛੇ। ਨਹੀਂ, ਪਰਫਾਰਮੈਂਸ ਵੀ ਬਿਲਕੁਲ ਹੈ। 15 ਜਾਂ 20 ਨੂੰ ਇਸ ਡੇਟ ਦੇ ਦੌਰਾਨ ਹੀ ਕਰਾਚੀ ਮੈਡਮ ਨੂਰ ਜਾਨ ਦਾ ਬਹੁਤ ਵੱਡਾ ਅਵਾਰਡ ਸ਼ੋਅ ਕੀਤਾ ਜਾ ਰਿਹਾ ਹੈ, ਟ੍ਰਿਬਿਊਟ। ਅੱਛਾ, ਉਹਦੇ ਤੇ ਮੈਂ ਇਨਸ਼ਾਅੱਲਾ ਪਰਫਾਰਮ ਵੀ ਕਰ ਰਹੀ ਹਾਂ, ਗਾਣਾ ਵੀ ਗਾਵਾਂਗੀ ਔਰ ਪਰਫਾਰਮ ਵੀ ਕਰਾਂਗੀ। ਯਾਨੀ 2 ਐਂਟਰੀਆਂ। ਯੈਸ, ਡਬਲ ਐਂਟਰੀ। ਇੱਕ ਟਿਕਟ 'ਚ 2 ਮਜ਼ੇ। ਉਹਨਾਂ ਨੇ ਕਿਹਾ ਜਨਾਬ
कि मैडम हम आपको वेलकम करते हैं, आप आए कराची। सही। और मैडम ਨੂਰਜਾਨ ਦਾ ਜਿਹੜਾ ਅਸੀਂ ਦੁਬਾਰਾ ਤੋਂ ਟ੍ਰਿਬਿਊਟ ਸ਼ੋਅ ਕਰਨਾ ਚਾਹੁੰਦੇ ਆ ਤੁਹਾਡੇ ਨਾਲ। मैंने कहा जी बिल्कुल मैं हाज़र ਹਾਂ। ਸਹੀ। ਤੇ ਜਾਂਦੇ ਹਾਂ ਸਾਡੇ ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ, ਤੇ ਨਾਲੇ ਤੁਸੀਂ ਆਪਣਾ YouTube ਚੈਨਲ ਜਿਹੜਾ ਜੇ ਕੋਈ ਹੈ ਉਹ ਵੀ ਜੇ ਦੱਸਣਾ ਚਾਹੁੰਦੇ ਤਾਂ ਉਹ ਵੀ ਦੱਸ ਸਕਦੇ। ਜੀ ਤੁਸੀਂ ਮੇਰਾ YouTube ਚੈਨਲ ਅਲੀਸ਼ਾ ਜਾਫਰੀ ਆਫੀਸ਼ੀਅਲ YouTube ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਮੈਂ ਸਿੰਗਿੰਗ ਕਰਦੀ ਆ ਉਹ ਮੈਂ ਸਟਾਰ ਮੇਕਰ ਸਿੰਗਿੰਗ ਐਪ ਤੇ ਡੇਲੀ ਲਾਈਵ ਸਿੰਗਿੰਗ ਕਰਦੀ ਆ, ਤੁਸੀਂ ਉਹਦੇ ਤੇ ਵੀ ਮੈਨੂੰ ਗਾਣੇ ਸੁਣ ਸਕਦੇ ਹੋ। ਔਰ ਕਾਫੀ ਅੱਛੀ ਫੈਨ ਫੋਲੋਇੰਗ ਮੇਰੀ ਉਹਦੇ ਤੇ, ਔਰ ਤੁਸੀਂ ਲਾਈਵ ਸਿੰਗਿੰਗ ਉੱਥੇ ਮੇਰੀ ਸੁਣ ਸਕਦੇ ਹੋ ਡੇਲੀ। ਤੇ ਲਓ ਜੀ ਸੱਜਣੋ ਬੇਲੀ ਮਿੱਤਰੋ, ਇਹ ਤੁਸੀਂ ਪ੍ਰੋਗਰਾਮ ਸੁਣ ਰਹੇ ਸੋ ਅੱਜ ਤੇ ਵੇਖ ਰਹੇ ਸੋ ਯਾਰਾਂ ਨਾਲ ਬਹਾਰਾਂ।